हाँ जी, सत श्री अकाल बच्चों साਰਿਆਂ ਨੂੰ। ਤੇ ਅੱਜ ਦਾ ਸੈਸ਼ਨ ਬਹੁਤ ਹੀ ਕਲਾਸਿਕ ਹੋਣ ਜਾ ਰਿਹਾ ਹੈ ਬੱਚੋ। ਕਲਾਸਿਕ ਇਨ ਦਾ ਸੈਂਸ ਹੈ ਵੀ ਅੱਜ ਕੁਐਸਚਨ ਕੁਝ ਵੱਖਰੇ ਤਰੀਕੇ ਦੇ ਫਰੇਮ ਕੀਤੇ ਹੋਏ ਹੈ, ਬਹੁਤ ਹੀ ਪਿਆਰੇ ਆਪਸ਼ਨਸ ਹੋਣਗੇ, ਆਪਸ਼ਨਸ ਵੀ ਨਵੇਂ ਤਰੀਕੇ ਦੇ ਹੋਣਗੇ। ਸੋ ਓਵਰਆਲ ਅੱਜ ਪੋਲਿਟੀ ਦੇ ਬਹੁਤ ਧਾਕੜ ਕੁਐਸਚਨ ਆਪਾਂ ਡਿਸਕਸ ਕਰਨ ਜਾ ਰਹੇ ਹਾਂ, ਜੋ ਕਿ ਆਉਣ ਵਾਲੇ ਸਾਰੇ ਹੀ ਪੇਪਰਾਂ ਦੇ ਲਈ ਬਹੁਤ ਹੀ ਬੈਨੀਫੀਸ਼ੀਅਲ ਹੈ। ਠੀਕ ਹੈ ਨਾ। ਚਲੋ ਫਿਰ ਵਿਦਾਊਟ ਵੇਸਟਿੰਗ ਟਾਈਮ ਬੱਚੋ, ਅੱਜ ਫਿਰ ਆਪਾਂ ਕਲਾਸ ਨੰਬਰ 34 ਸਟਾਰਟ ਕਰਨ ਜਾ ਰਹੇ ਹਾਂ। ਬਟ ਇਹ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਹਜੇ ਵੀ ਤੁਸੀਂ ਭੁੱਲੇ ਭਟਕੇ ਰਾਹਾਂ ਤੇ ਟਾਈਮ ਵੇਸਟ ਕਰ ਰਹੇ ਹੋ ਤਾਂ ਹਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਬੱਚੋ। ਤਿਆਰੀ ਜੇਕਰ ਵਾਕਈ ਚਾਹੁੰਦੇ ਹੋ ਵੀ ਨੰਬਰ 1 ਕਰਨੀ ਹੈ ਤਾਂ ਅੱਜ ਦੀ ਡੇਟ 'ਚ ਮੇਕ ਸ਼ੋਰ ਵੀ ਇਸ ਬੈਚ ਦੇ ਵਿੱਚ ਐਨਰੋਲਮੈਂਟ ਲੈ ਕੇ, ਮੈਂ ਹਰ ਸੈਸ਼ਨ 'ਚ ਕਹਿਣਾ ਹੁੰਦਾ ਵੀ ਕੌਨਫੀਡੈਂਟ ਫੀਲ ਕਰੋ। ਮੈਂ ਇਹ ਵਰਡ ਸਿੱਖਿਆ ਕਿੱਥੋਂ? ਵੈਸੇ ਇਹ ਬੱਚਿਆਂ ਤੋਂ ਹੀ ਸਿੱਖਿਆ ਹੈ, ਬਿਕੋਜ਼ ਬਹੁਤ ਬੱਚੇ ਸਾਡੇ ਕੋਲੇ ਡੇਲੀ ਵਿਜ਼ਿਟ ਕਰਦੇ ਆ, ਬਹੁਤ ਜ਼ਿਆਦਾ, ਜਿਹੜੇ ਕਿ ਵੱਖ-ਵੱਖ ਇੰਸਟੀਟਿਊਟਾਂ ਦੇ ਵਿੱਚ, ਵੱਖ-ਵੱਖ ਸੈਂਟਰਾਂ ਦੇ ਵਿੱਚ, ਜਿਵੇਂ ਪੰਜਾਬੀ 'ਚ ਆਪਾਂ ਕਹਿ ਦਿੰਦੇ ਆ ਵੀ ਸ਼ੋਸ਼ੇਬਾਜ਼ੀ ਡਰਾਮੇਬਾਜ਼ੀ ਦਾ ਸ਼ਿਕਾਰ ਹੋ ਗਏ ਵਿਚਾਰੇ। ਉਹ ਭੁੱਲੇ ਭਟਕੇ, ਮਤਲਬ ਠੀਕ ਹੈ ਫੀਸ ਖਰਾਬ ਹੋ ਗਈ, ਤੇ ਜਿਵੇਂ ਜਿਵੇਂ ਟਾਈਮ ਟੱਪੀ ਜਾਂਦਾ ਹੈ ਉਹਨਾਂ ਦਾ ਗ੍ਰਾਫ ਨੀਚੇ ਨੂੰ ਜਾ ਰਿਹਾ ਹੈ। ਜਿਹੜੀ ਉਹ ਆਪ ਜ਼ਿਆਦਾ ਤਿਆਰੀ ਕਰੀ ਬੈਠੇ ਸੀਗੇ ਉਹ ਵੀ ਸਾਰਾ ਵਿੱਚ ਕਾਲਾ ਮਾਲਾ ਹੋ ਗਿਆ। ਇਹ ਸਟੂਡੈਂਟ ਲਾਈਫ ਦੇ ਵਿੱਚ ਹੁਣ ਵੀ ਦੇਖਣ ਨੂੰ ਮਿਲ ਰਿਹਾ ਹੈ ਵੀ ਬੰਦਾ, ਮੈਂ ਕਹਿੰਦਾ ਹਜੇ ਘਰੇ ਬਹਿ ਕੇ ਆਪ ਵਧੀਆ ਤਿਆਰੀ ਕਰ ਸਕਦਾ ਹੈ, ਬਟ ਉਹ ਠੀਕ ਹੈ ਵੀ ਗੱਲਾਂ 'ਚ ਵਿਚਾਰਾ ਭੋਲਾ ਹੁੰਦਾ। ਸਟੂਡੈਂਟ ਵਿਚਾਰਾ ਉਹੀ ਗੱਲ ਹੈ ਵੀ ਬਹੁਤ ਥਾਵਾਂ ਤੇ ਹੱਥ ਮਾਰਦਾ ਵੀ ਇੱਧਰੋਂ ਵੀ ਕੁਝ ਮਿਲ ਜੇ, ਇੱਧਰੋਂ ਵੀ ਫੌਜ ਆ ਪੈ ਜੇ, ਬਟ ਉਹਦੇ ਚੱਕਰ ਦੇ ਟਾਈਮ ਬਹੁਤ ਜ਼ਿਆਦਾ ਵੇਸਟ ਹੋ ਜਾਂਦਾ। ਜਿਵੇਂ ਹੁਣ ਮੈਂ ਵੀ ਟਾਈਮ ਵੇਸਟ ਕਰ ਰਿਹਾ, ਸੋ ਮੈਂ ਵੀ ਫਿਰ ਵਿਦਾਊਟ ਵੇਸਟਿੰਗ ਟਾਈਮ ਵਿੱਚੋਂ ਸੈਸ਼ਨ ਕਰਾਂ ਸਟਾਰਟ। ਤੇ ਜੇਕਰ ਤੁਸੀਂ ਇਸ ਬੈਚ ਦੀ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤਾਂ ਉੱਪਰ ਦਿੱਤੇ ਕੰਟੈਕਟ ਦੇ ਵਿੱਚੋਂ ਕਦੋਂ ਮਰਜ਼ੀ ਤੁਸੀਂ ਕਾਲ ਕਰ ਸਕਦੇ ਹੋ। ਸਭ ਤੋਂ ਵੱਡੀ ਗੱਲ ਕੀ ਹੈ, 10 ਮਹੀਨਿਆਂ ਦੀ ਵੈਲਿਡਿਟੀ ਹੈ, ਪ੍ਰੋਪਰ ਕੰਟੈਂਟ ਮਿਲੇਗਾ। ਪ੍ਰੋਪਰ ਕੰਟੈਂਟ ਮਤਲਬ ਕੱਲੇ ਐ ਨਹੀਂ ਵੀ MCQ ਜਾਂ ਮੌਕ ਟੈਸਟ ਹੀ ਮਿਲਣਗੇ। ਪ੍ਰੋਪਰ ਕੰਟੈਂਟ ਇਨ ਦਾ ਸੈਂਸ, ਜਿੰਨਾ ਟਾਈਮ ਪ੍ਰੋਪਰ ਕੰਟੈਂਟ ਨਹੀਂ ਪੜੋਗੇ, ਥੋਰਲੀ ਨਹੀਂ ਰੀਡ ਕਰੋਗੇ, ਜਿੰਨੇ ਮਰਜ਼ੀ ਮੈਰਾਥਨ, ਜਿੰਨੇ ਮਰਜ਼ੀ MCQ ਲਾ ਲਓ, ਤੁਹਾਡੇ ਪੇਪਰ 'ਚ ਕੱਖ ਨਹੀਂ ਪੱਲੇ ਪੈਣਾ। ਇਹ ਵਿੱਚੋਂ ਮਸ਼ੱਕ ਦੀ ਸਟਾਮ ਲਿਆਓ, ਲਿਖਾ ਕੇ ਲੈ ਜਾਓ। ਐਵੇਂ ਬਿਨਾਂ ਗੱਲੋਂ ਤੇਜ਼ਾਬ ਬਣਾਈ ਜਾਂਦੇ ਹੋ, ਉਹ ਚੀਜ਼ ਦਾਮੀ ਨਹੀਂ ਹੈ। ਜਿੰਨਾ ਟਾਈਮ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਸਾਰੀ ਜਾਣਕਾਰੀ ਨਹੀਂ ਹੈ, ਇਹ ਸੈਸ਼ਨਸ ਫੇਰ ਹੀ ਇੰਪੋਰਟੈਂਟ, ਮਤਲਬ ਤੁਹਾਨੂੰ ਇਹਦੀ ਇੰਪੋਰਟੈਂਸ ਫਿਰ ਹੋਰ ਵੀ ਜ਼ਿਆਦਾ ਲੱਗੂਗੀ। ਤੁਸੀਂ ਐਂ ਕਹੋਗੇ ਵੀ ਗੱਲ ਹੀ ਹੁਣ ਬਣੀ ਹੈ। ਚਲੋ ਫਿਰ ਆਪਾਂ ਬਾਹਲੀਆਂ ਗੱਲਾਂ ਨਹੀਂ ਮਾਰਦੇ ਬੱਚੋ, ਫਿਰ ਆਪਾਂ ਹੁਣ ਫਾਈਨਲੀ ਸੈਸ਼ਨ ਕਰਨ ਜਾ ਰਹੇ ਹਾਂ ਸਟਾਰਟ। ਠੀਕ ਹੈ ਨਾ। ਚਲੋ ਵੀ ਹਾਂ, ਇਹ ਸਾਰਾ ਬੈਚ ਆਪਣਾ ਦੇਖਣਾ ਕਿੱਥੇ ਹੈ? ਤੁਸੀਂ ਇਸ ਐਪ ਨੂੰ ਡਾਊਨਲੋਡ ਕਰਨਾ ਹੈ, ਰੁਪਿੰਦਰ ਸਿੱਧੂ ਅਕੈਡਮੀ ਐਪ ਪਲੇ ਸਟੋਰ ਤੇ ਜਾ ਕੇ। ਜਿਨ੍ਹਾਂ ਬੱਚਿਆਂ ਕੋਲੇ ਆਈਫੋਨ ਹੈ ਉਹ ਡਾਊਨਲੋਡ ਕਰਨਗੇ ਕਲਾਸ ਪਲੱਸ। ਠੀਕ ਹੈ ਨਾ, ਬੜੀ ਸਿੰਪਲ ਜੀ ਗੱਲ ਹੈ। ਨਹੀਂ ਪਤਾ ਲੱਗਦਾ ਚੁੱਪ ਕਰਕੇ ਫੋਨ ਲਾ ਲਿਓ, ਬੜਾ ਮੱਥਾ ਨਾ ਮਾਰਿਆ। ਠੀਕ ਹੈ ਨਾ। ਚਲੋ ਆਪਾਂ ਜ਼ਿਆਦਾ ਟਾਈਮ ਨਹੀਂ ਵੇਸਟ ਕਰਦੇ, ਬਿਕੋਜ਼ ਮੇਰਾ ਮੇਨ ਪਰਪਸ ਕੀ ਹੈ, ਅੱਜ ਦੇ ਤੁਹਾਨੂੰ ਕਲਾਸਿਕ ਕੁਐਸਚਨ ਸਿਖਾਉਣੇ ਆ ਵੀ ਕਿਵੇਂ ਸੋਲਵ ਕਰਨੇ ਆ। ਸੋ ਪਹਿਲਾ ਸਵਾਲ ਬੱਚੋ ਬੜਾ ਕੀਮਤੀ ਹੈ। ਪੰਜਾਬੀ ਵਾਲੇ ਪੰਜਾਬੀ 'ਚ ਪੜ੍ਹ ਲਓ, ਅੰਗਰੇਜ਼ੀ ਵਾਲੇ ਅੰਗਰੇਜ਼ੀ 'ਚ ਪੜ੍ਹ ਲਓ। ਜਿਹਨੂੰ ਜੁਸ ਨਹੀਂ ਪੜ੍ਹਨਾ ਹੁੰਦਾ ਉਹ ਮੇਰੇ ਵਾਲੇ ਦੇਖ ਲਓ, ਮੈਂ ਪੜ੍ਹਾ ਦਿੰਦਾ। ਕਹਿੰਦੇ ਕਿਹੜੇ ਐਕਟ ਨੇ ਬੱਚੋ ਡੈਜ਼ੀਗਨੇਸ਼ਨ ਚੇਂਜ ਕਰਤਾ ਗਵਰਨਰ ਜਨਰਲ ਆਫ ਇੰਡੀਆ ਤੋਂ ਵਾਇਸਰੋਏ ਦਾ, ਤੇ ਨਾਲ ਹੀ ਕਹਿੰਦੇ ਉਹਨੇ ਫਿਰ ਸਿਸਟਮ ਖਤਮ ਕਰਤਾ ਡਬਲ ਗਵਰਨਮੈਂਟ ਵਾਲਾ। ਕੀ ਖਤਮ ਕਰਕੇ? ਬੋਰਡ ਆਫ ਕੰਟਰੋਲ ਤੇ ਕੋਰਟ ਆਫ ਡਾਇਰੈਕਟਰ। ਕਹਿੰਦੇ ਇਹ ਸਟੇਟਮੈਂਟ ਕਿਹੜੇ ਐਕਟ ਨੂੰ ਦਰਸਾਉਂਦੀ ਹੈ? ਬਣ ਗਈ ਨਾ ਗੱਲ। ਸੋ ਕੁੱਲ ਮਿਲਾ ਕੇ ਇੱਥੇ ਬੱਚੋ ਗੱਲ ਕਿਹਦੀ ਹੋ ਰਹੀ ਹੈ? ਕੁੱਲ ਮਿਲਾ ਕੇ ਇੱਥੇ ਗੱਲ ਹੋ ਰਹੀ ਹੈ ਐਕਟ ਦੱਸਣਾ, ਕਿਹੜਾ ਐਕਟ ਹੈ। ਕੀ ਟਕਲਾਉਂਗੇ ਫਿਰ, ਕਿਹੜਾ ਐਕਟ ਹੈ? ਪਹਿਲੀ ਗੱਲ ਤਾਂ ਤੁਹਾਨੂੰ ਹਿਸਾਬ ਆ ਬੇਸ਼ੱਕ ਤੁਸੀਂ ਭੁੱਲ ਜਾਓ, ਇੰਨੀ ਸਟੇਟਮੈਂਟ ਭੁੱਲ ਜਾਓ ਕਿਹੜੇ ਐਕਟ ਦੀ ਹੈ। ਤੁਹਾਨੂੰ ਐਟਲੀਸਟ ਆ ਤਾਂ ਪਤਾ ਹੋਣਾ ਚਾਹੀਦਾ ਯਾਰ ਵੀ ਗਵਰਨਰ ਵੀ ਆਪਾਂ ਵਾਇਸਰਾਏ ਦਾ ਅਹੁਦਾ ਕਦੋਂ ਲਿਆਂਦਾ ਸੀ? ਜਦੋਂ ਆਪਣੇ ਮੁਲਕ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਐਕਟ 1858 ਪਾਸ ਕੀਤਾ ਗਿਆ। ਬਟ ਉਹ ਤਾਂ ਆਪਸ਼ਨ ਦੇ ਵਿੱਚ ਹੀ ਹੈ ਨਹੀਂ, ਫਸ ਗਏ ਨਾ। ਅਗਲਾ ਸੋਚਦਾ ਵੀ ਆ ਚਾਰਟਰ ਐਕਟ 1793 ਹੈ, 1853 ਹੈ, 1861 ਹੈ। ਬਟ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ ਜਿਹੜਾ ਆਪਣਾ ਚਾਰਟਰ ਐਕਟ ਜਾਂ ਜਿਹੜਾ ਆਪਣਾ ਗਵਰਨਮੈਂਟ ਆਫ ਇੰਡੀਆ ਐਕਟ 1858 ਦਾ, ਇਹਨੂੰ ਆਪਾਂ ਬੱਚੋ ਕੀ ਬੋਲਦੇ ਆ? ਐਕਟ ਫॉर द ਗੁੱਡ ਗਵਰਨਮੈਂਟ ਆਫ ਇੰਡੀਆ। ਇਹ ਇਹਦਾ ਦੂਜਾ ਨਾਮ ਹੈ। ਤੇ ਇਹ ਕਦੋਂ ਪਾਸ ਕੀਤਾ ਸੀ ਗੋਰਿਆਂ ਨੇ? ਯਾਦ ਕਰੋ, ਆਪਣਾ ਮੁਲਕ ਦੇ ਉਸ ਸਮੇਂ ਗਵਰਨਰ ਜਨਰਲ ਕੌਣ ਸੀ? ਜਦੋਂ ਆਪਣਾ ਵਿਦਰੋਹ ਹੋਇਆ ਸੀ 1857 ਦੇ ਵਿੱਚ, ਕੌਣ ਸੀ ਬੱਚੋ? ਲਾਰਡ ਕੈਨਿੰਗ। ਲਾਰਡ ਕੈਨਿੰਗ ਨੇ ਕੀ ਕਰਿਆ ਸੀਗਾ 1858 ਦੇ ਵਿੱਚ? ਇਲਾਹਾਬਾਦ 'ਚ ਦਰਬਾਰ ਲਾਇਆ ਸੀ, ਜਿੱਥੇ ਉਹਨੇ ਕੀ ਐਲਾਨ ਕੀਤਾ ਸੀ ਵੀ ਅੱਜ ਤੋਂ ਬਾਅਦ ਇਸ ਮੁਲਕ ਦੇ ਵਿੱਚ ਕੰਪਨੀ ਰੂਲ ਖਤਮ ਕੀਤਾ ਜਾਂਦਾ ਹੈ। ਸੋ ਜਦੋਂ ਕੰਪਨੀ ਰੂਲ ਖਤਮ ਕਰਤਾ ਤਾਂ ਫਿਰ ਕੰਪਨੀ ਚਲਾਉਣ ਵਾਸਤੇ ਆਪਣੇ ਦੇਸ਼ 'ਚ ਬੱਚੋ ਕੀ ਬਣਿਆ ਹੋਇਆ ਸੀ? ਬੋਰਡ ਆਫ ਕੰਟਰੋਲ, ਜਿਹਨੂੰ ਆਪਾਂ ਸ਼ਾਰਟ 'ਚ ਕਹਿ ਦਿੰਦੇ ਆ ਬੋਕ। ਠੀਕ ਹੈ, ਬੋਕ ਆ ਗਿਆ। ਫਿਰ ਆਪਣਾ ਕੋਰਟ ਆਫ ਡਾਇਰੈਕਟਰ।
ਤਾਂ ਇਹ ਵੀ ਫਿਰ ਬੱਚੋ ਆਪਾਂ ਕੀ ਕਰਤੇ, ਖਤਮ ਕਰਤੇ। ਤਾਂ ਆਪਾਂ ਨਵਾਂ ਕੀ ਕੁਝ ਲੈ ਕੇ ਆਏ ਸੀ ਇੱਥੇ ਬੱਚੋ, ਆਪਾਂ ਨਵਾਂ ਲੈ ਕੇ ਆਏ ਸੀ ਇੱਕ ਤਾਂ ਸੌਸ। ਸੌਸ ਮਤਲਬ ਕੀ ਹੁੰਦੀ ਹੈ, ਸੈਕਟਰੀ ਆਫ ਸਟੇਟ। ਤੇ ਇੱਕ ਬੱਚਾ ਆਪਾਂ ਨਵਾਂ ਕੀ ਲੈ ਕੇ ਆਏ ਸੀ, ਕਾਉਂਸਲ ਆਫ ਇੰਡੀਆ। ਸੋ ਇਹ ਸਾਰੇ ਐਕਟ ਵਧੀਆ ਤਰੀਕੇ ਨਾਲ ਥੋਰੋਲੀ ਪੜ੍ਹੇ ਹੋਏ ਹੈ। ਸੋ ਇਹ ਜ਼ਰੂਰੀ ਹੈ, ਮੈਂ ਤਾਂ ਕਹਿਣਾ ਹੁੰਦਾ ਕੰਸੈਪਟ ਥੋਰੋਲੀ ਪੜ੍ਹਨੇ ਜ਼ਰੂਰੀ ਹੈ ਜਿਹੜੇ ਬੱਚਿਆਂ ਨੇ ਸਿਲੈਕਸ਼ਨ ਲੈਣੀ ਹੈ। ਹਾਂ, ਜਿਹੜੇ ਬੱਚਿਆਂ ਨੇ ਠੀਕ ਹੈ ਵੀ ਐਂ ਸ਼ੋ ਕਰਨਾ ਹੈ ਵੀ ਹਾਂ ਮੇਰੀ ਵਧੀਆ ਤਿਆਰੀ ਹੋਈ ਜਾਂਦੀ ਹੈ, ਉਹ ਤਿਆਰੀ ਵਧੀਆ ਤਾਂ ਲੱਖ ਬੰਦੇ ਦੀ ਹੋਈ ਜਾਂਦੀ ਹੈ। ਇਹ ਗੱਲ ਆਪਾਂ ਯਾਦ ਰੱਖਣੀ ਹੈ। ਲੱਖ ਬੱਚਾ ਟੌਪ ਦੀ ਤਿਆਰੀ YouTube ਤੇ ਕਰੀ ਜਾਂਦਾ ਆਲਰੇਡੀ, ਬਟ ਤੁਸੀਂ ਫਸਟ ਲਾਈਨ 'ਚ ਕਿਵੇਂ ਆਉਣਾ ਹੈ, ਉਹ ਪ੍ਰੋਪਰ ਥੋਰੋਲੀ ਪੜ੍ਹ ਕੇ ਆਉਣਾ ਬੱਚੋ। ਤਾਂ ਪਹਿਲੇ ਦਾ ਜਵਾਬ ਆਪਣਾ ਕੀ ਆ ਗਿਆ, ਬੀ। ਪਹਿਲੇ ਦਾ ਕੀ ਆ ਗਿਆ ਬੱਚੋ, ਬੀ। ਠੀਕ ਹੈ ਨਾ। ਚਲੋ ਫਿਰ ਕੁਐਸਚਨ ਨੰਬਰ ਦੂਜਾ, ਬਹੁਤ ਹੀ ਪਿਆਰਾ ਸਵਾਲ ਹੈ, ਬਹੁਤ ਜ਼ਿਆਦਾ ਪਿਆਰਾ ਸਵਾਲ ਹੈ। ਕਹਿੰਦੇ ਜੀ ਐਕਸਪਰਟ ਕਮੇਟੀ ਬਣਾਈ ਗਈ ਸੀ ਫॉर ਪ੍ਰਪੇਅਰਿੰਗ ਦਾ ਮਟੀਰੀਅਲ ਫॉर ਕਨਸਟੀਟਿਊਐਂਟ ਅਸੈਂਬਲੀ। ਮੈਂ ਸ਼ਰਤ ਲੈ ਕੇ ਨਾ 99.9% ਬੱਚਿਆਂ ਨੇ ਇਹ ਕਮੇਟੀ ਐਕਸਪਰਟ ਸੁਣੀ ਨਹੀਂ ਹੋਣੀ, ਤੇ ਉਹ ਆਪਣੇ ਬਣ ਰਹੇ ਆ ਆਪਾਂ ਵੀ ਤਿਆਰੀ ਆਪਾਂ ਪੂਰੇ ਐਕਸਪਰਟ ਹੈ। ਤੇ ਐਕਸਪਰਟ ਕਿੱਥੋਂ ਆ ਜੇ ਆਪਾਂ ਨੂੰ ਐਕਸਪਰਟ ਕਮੇਟੀ ਦਾ ਹੀ ਨਹੀਂ ਪਤਾ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਸਵਾਲ ਦਾ ਜਵਾਬ ਦੇ ਦਾਂ, ਐਕਸਪਰਟ ਕਮੇਟੀ ਦਾ ਹੈੱਡ ਸੀ ਬੱਚੋ ਜਵਾਹਰ ਲਾਲ ਨਹਿਰੂ। ਐਕਸਪਰਟ ਕਮੇਟੀ ਦਾ ਹੈੱਡ ਕੌਣ ਹੈ, ਜਵਾਹਰ ਲਾਲ ਨਹਿਰੂ। ਇਹ ਕਮੇਟੀ ਅਸਲ ਦੇ ਵਿੱਚ ਨਾ ਜੁਲਾਈ 1946 ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨੇ ਬਿਠਾਈ ਸੀ ਵੀ ਭਾਈ ਆਪਣੀ ਸੀਏ ਬਣ ਜਾ ਰਹੀ ਹੈ। ਸੀਏ ਮਤਲਬ ਕੀ ਹੁੰਦਾ ਹੈ, ਕਨਸਟੀਟਿਊਐਂਟ ਅਸੈਂਬਲੀ। ਇਹ ਕੰਮ ਕੀ ਹੈ, ਇਹ ਆਪਣੇ ਵਾਸਤੇ ਸੰਵਿਧਾਨ ਲਿਖੂਗੀ, ਜਿਹਦਾ ਤੁਹਾਨੂੰ ਪਤਾ ਹੀ ਹੈ ਬੱਚੋ ਪਹਿਲਾ ਸੈਸ਼ਨ ਕਦੋਂ ਹੋਇਆ ਸੀ, 9 ਤੋਂ 23 ਦਸੰਬਰ 1946। ਇਹ ਸਾਰੇ ਪੁਆਇੰਟ ਆਪਾਂ ਦੇਖੇ ਹੋਏ ਆ ਵੀ ਇਹਦੇ ਵਾਸਤੇ ਫਿਰ ਮਟੀਰੀਅਲ ਤਿਆਰ ਕਰਨ ਵਾਸਤੇ ਜੁਲਾਈ 1946 ਦੇ ਵਿੱਚ ਕਾਂਗਰਸ ਨੇ ਨਹਿਰੂ ਦੇ ਹੇਠ ਕੀ ਬਿਠਾਈ ਸੀ, ਐਕਸਪਰਟ ਕਮੇਟੀ। ਇਹ ਸਭ ਤੋਂ ਸਿਰੇ ਦਾ ਤੇ ਨਵਾਂ ਪੁਆਇੰਟ ਹੈ, ਇਹ ਐਕਸਪਰਟ ਬੰਦਾ ਹੀ ਪੇਪਰ ਸੋਲਵ ਕਰ ਸਕਦਾ ਹੈ। ਦੂਜੀ ਤੁਹਾਨੂੰ ਹੋਰ ਦੱਸ ਦਿੰਦਾ ਮੈਂ, ਜਿਹੜੀ ਇਹ ਕਮੇਟੀ ਹੈ ਫਿਰ ਬਾਅਦ ਨੂੰ ਪਤਾ ਹੀ ਹੈ, ਫਿਰ ਬਾਅਦ ਚ ਆਪਣਾ 13 ਦਸੰਬਰ ਬਾਅਦ ਨੂੰ ਪਤਾ ਹੈ ਬੱਚੋ 13 ਦਸੰਬਰ 1946 ਨੂੰ ਜਵਾਹਰ ਲਾਲ ਨਹਿਰੂ ਨੇ ਫਿਰ ਕੀ ਲਿਆਂਦਾ ਸੀ ਬੱਚੋ, ਆਬਜੈਕਟਿਵ ਰੈਜ਼ੋਲੂਸ਼ਨ। ਆਪਣੇ ਸੀਏ ਦੇ ਵਿੱਚ ਕੀ ਲਿਆਂਦਾ ਸੀ, ਆਬਜੈਕਟਿਵ ਰੈਜ਼ੋਲੂਸ਼ਨ। ਆਬਜੈਕਟਿਵ ਰੈਜ਼ੋਲੂਸ਼ਨ ਜਿਹੜਾ ਕਿ ਫਿਰ ਬਾਅਦ ਦੇ ਵਿੱਚ ਸੀਏ ਨੇ ਸਾਰਾ ਮੰਨ ਵੀ ਲਿਆ ਸੀ, ਪਾਸ ਹੋ ਗਿਆ ਸੀ 22 ਜਨਵਰੀ 1947 ਨੂੰ। ਇਹ ਸਾਰੇ ਪੁਆਇੰਟ ਆਪਾਂ ਯਾਦ ਰੱਖਣੇ ਆ। ਬਾਕੀ ਅੰਬੇਦਕਰ ਫਿਰ ਤੁਹਾਨੂੰ ਪਤਾ ਹੀ ਹੈ ਬੱਚੋ ਇਹ ਆਪਣਾ ਡਰਾਫਟਿੰਗ ਕਮੇਟੀ ਦਾ ਹੈਡ ਹੈ, ਡਰਾਫਟਿੰਗ ਕਮੇਟੀ। ਤੇ ਰਹੀ ਗੱਲ ਆਪਣੇ ਰਜਿੰਦਰ ਪ੍ਰਸਾਦ ਸਾਹਿਬ ਦੀ, ਤੇ ਪ੍ਰਸਾਦ ਜੀ ਤੁਹਾਨੂੰ ਪਤਾ ਹੀ ਹੈ ਇਹ ਆਪਣੇ ਸੀਗੇ ਇੱਕ ਤਾਂ ਅਡਹੌਕ ਫਲੈਗ ਕਮੇਟੀ। ਇੱਥੇ ਬੱਚਾ ਪੂਰਾ ਨਹੀਂ ਪੜ੍ਹਦਾ, ਕੱਲਾ ਫਲੈਗ ਕਮੇਟੀ ਪੜ੍ਹ ਕੇ ਬਹਿ ਜਾਂਦਾ। ਉਹਦਾ ਹੈਡ ਬੱਚੋ JB ਕ੍ਰਿਪਲਾਨੀ ਹੈ। ਅਡਹੌਕ ਫਲੈਗ ਕਮੇਟੀ ਦਾ ਰਜਿੰਦਰ ਪ੍ਰਸਾਦ ਹੈ। ਫਿਰ ਆਪਣੀ ਕਮੇਟੀ ਆਪਣੀ ਉਹ ਫਾਈਨਾਂਸ ਐਂਡ ਸਟਾਫ, ਉਹਦਾ ਹੈਡ ਵੀ ਕੌਣ ਹੈ, ਰਜਿੰਦਰ ਪ੍ਰਸਾਦ ਹੈ। ਕਮੇਟੀ ਔਨ ਰੂਲਸ ਆਫ ਪ੍ਰੋਸੀਜਰ, ਉਹਦਾ ਹੈਡ ਵੀ ਕੌਣ ਹੈ, ਰਜਿੰਦਰ ਪ੍ਰਸਾਦ ਹੈ। ਹੋਰ ਆਪਸ਼ਨ ਕਿਹੜਾ, ਗੋਪਾਲ ਸਵਾਮੀ ਅਯੰਗਰ। ਇਹ ਫਿਰ ਤੁਹਾਨੂੰ ਪਤਾ ਹੀ ਹੈ ਇਹ ਡਰਾਫਟਿੰਗ ਕਮੇਟੀ ਦਾ ਹੀ ਬੱਚੋ ਮੈਂਬਰ ਸੀਗਾ। ਡਰਾਫਟਿੰਗ ਕਮੇਟੀ ਦੇ ਮੈਂਬਰ ਤੁਹਾਨੂੰ ਪੱਕਾ ਪਤਾ ਹੋਣੇ ਚਾਹੀਦੇ ਹੈ, ਗੋਪਾਲ ਸਵਾਮੀ ਅਯੰਗਰ, ਅਲਾਦੀ ਕ੍ਰਿਸ਼ਨ ਸਵਾਮੀ ਅਯਰ, KM ਮੁੰਸ਼ੀ, ਸੈयद ਸਾਦੁੱਲਾ, ਮਾਧਵ ਰਾਓ, DP ਖਤਾਨ। ਕਿਉਂਕਿ 4 ਆਪਸ਼ਨ ਦੇ ਕੇ ਉੱਥੇ ਵਿੱਚ ਨਹਿਰੂ ਪਟੇਲ ਵਰਗੇ ਬਾੜਨਗੇ ਪੱਕਾ, ਉਹ ਆਪਾਂ ਛਾਂਟਣੇ ਹੋਣਗੇ। ਇਹ ਸਾਰੇ ਪੁਆਇੰਟ ਬੱਚੋਂ ਯਾਦ ਰੱਖਣੇ ਆ। ਸੋ ਓਵਰਆਲ ਬਹੁਤ ਹੀ ਪਿਆਰਾ ਸਵਾਲ ਹੈ, ਇਹ ਐਕਸਪਰਟ ਕਮੇਟੀ ਆਪਾਂ ਯਾਦ ਰੱਖਣੀ ਹੈ। ਵੈਸੇ ਆਪਣਾ ਜਵਾਹਰ ਲਾਲ ਨਹਿਰੂ ਕਿਹੜੀਆਂ ਕਮੇਟੀਆਂ ਦਾ ਹੈਡ ਸੀ ਯਾਦ ਹੈ, ਯੂਨੀਅਨ ਪਾਵਰ ਕਮੇਟੀ, ਯੂਨੀਅਨ ਕੰਸਟੀਟਿਊਸ਼ਨ ਕਮੇਟੀ ਤੇ ਆਪਣੀ ਸਟੇਟਸ ਕਮੇਟੀ। ਇਹਨਾਂ ਤਿੰਨੇ ਕਮੇਟੀਆਂ ਦਾ ਹੈਡ ਸੀਗਾ। ਜਿਹਨੂੰ ਜਮੀ ਨਹੀਂ ਮਤਲਬ ਪਤਾ ਲੱਗਿਆ ਬੱਚੇ ਨੂੰ ਮੈਂ ਕਰੀ ਕੀ ਜਾਂਦਾ, ਮੈਂ ਦੱਸ ਦਿੰਦਾ ਵੀ ਆਪਣੇ ਸੀਏ ਦੀਆਂ ਕਮੇਟੀਆਂ ਬਣਾਈਆਂ ਗਈਆਂ ਸੀ। ਜਿਹੜਾ ਆਪਣਾ ਸੰਵਿਧਾਨ ਲਿਖਣ ਵਾਸਤੇ ਸੀਏ ਬਣੀ ਹੈ ਨਾ, ਇਹਦੇ ਮੈਂਬਰ ਆ ਜਿਹੜੇ 399 ਮੈਂਬਰ ਸੀ, ਜਿਹੜੇ ਆਜ਼ਾਦੀ ਤੋਂ ਬਾਅਦ 299 ਰਹਿ ਗਏ, ਫਿਰ ਆਪਾਂ ਸੰਵਿਧਾਨ ਅਡਾਪਟ ਕੀਤਾ 284 ਰਹਿ ਗਏ। ਇਹ ਕਮੇਟੀਆਂ ਦੇ ਵਿੱਚ ਵੰਡੇ ਹੋਏ ਸੀ ਮੈਂਬਰ, ਇਹਨਾਂ ਨੇ ਕਮੇਟੀਆਂ ਪਾਲੀਆਂ ਸੀ ਜਿਵੇਂ ਆਪਣੀ ਬੇਬੇ ਪਾਉਂਦੀ ਹੁੰਦੀ ਹੈ। ਚਲੋ ਕੁਐਸਚਨ ਨੰਬਰ ਤੀਜਾ, ਕਹਿੰਦੇ ਸੰਵਿਧਾਨ ਕਹਿੰਦੇ ਪ੍ਰੋਵਾਈਡ ਕਰਦਾ ਹੈ 3 ਰਾਈਟ, 3 ਅਧਿਕਾਰ ਪ੍ਰਦਾਨ ਕਰਦਾ ਹੈ ਆਫੈਂਸ ਕੀਤੇ। ਮਤਲਬ ਪਹਿਲੀ ਗੱਲ ਤਾਂ ਯਾਰ ਆਪਣੇ ਮੁਲਕ ਦੇ ਵਿੱਚ ਅਪਰਾਧੀਆਂ ਦੀ ਵੀ ਜ਼ਿੰਦਗੀ ਹੈ। ਯਾਦ ਕਰੋ ਮੈਂ ਤੁਹਾਨੂੰ ਇਹ ਆਰਟੀਕਲ ਕਿੱਥੇ ਪੜਾਉਣਾ ਹੁੰਦਾ। ਇਹ ਪਹਿਲੀ ਗੱਲ ਤਾਂ ਕਿਹੜੇ ਆਰਟੀਕਲ ਦੀ ਗੱਲ ਕਰੀ ਜਾਂਦਾ ਹੈ ਤੁਹਾਨੂੰ ਆਹੀ ਪਤਾ ਲੱਗ ਜਾਣਾ ਚਾਹੀਦਾ ਹੈ। ਆਰਟੀਕਲ ਨੰਬਰ 20 ਤੇ ਆਰਟੀਕਲ ਨੰਬਰ 22। ਮੈਂ ਸ਼ਰਤ ਲਾਏ ਕਹਿਣਾ ਇਹਨੂੰ ਲੈ ਕੇ ਵੀ 90% ਬੱਚਾ ਪਾਰਟੀ ਪੇਪਰ ਚੁੱਲ ਜੂਗੀ।
ਤੇ ਪ੍ਰੋਪਰ ਰਿਵੀਜ਼ਨ ਨਾ ਕਰੀ। ਆਰਟੀਕਲ ਨੰਬਰ 20 ਕੀ ਕਹਿੰਦਾ ਹੈ, ਪ੍ਰੋਟੈਕਸ਼ਨ ਇਨ ਰਿਸਪੈਕਟ ਆਫ ਕਨਵਿਕਸ਼ਨ ਫॉर ਆਫੈਂਸਿਸ, ਉਹ ਗੱਲ ਕਰ ਰਿਹਾ ਹੈ। ਸੋ ਆਰਟੀਕਲ ਨੰਬਰ 20 ਦੀ ਗੱਲ ਕਰੀ ਜਾਂਦਾ ਹੈ। ਸੋ ਆਰਟੀਕਲ ਨੰਬਰ 20 ਫਿਰ ਕੀ ਕਹਿੰਦਾ ਹੈ, ਕਹਿੰਦੇ ਆਪਾਂ ਕਿਸੇ ਵੀ ਪਰਸਨ ਨੂੰ ਪਨਿਸ਼ ਨਹੀਂ ਕਰ ਸਕਦੇ ਸੇਮ ਆਫੈਂਸ ਮੋਰ ਦੈਨ ਵਨ। ਵੀ ਐ ਥੋੜੀ ਹੈ ਪਹਿਲਾਂ ਸਜ਼ਾ ਸੁਪਰੀਮ ਕੋਰਟ ਪਹਿਲਾਂ ਹਾਈ ਕੋਰਟ ਨੇ ਸੁਣਾਤੀ, ਉਹ ਵਿਚਾਰਾ 20 ਸਾਲ ਉਸ ਜ਼ੁਲਮ ਵਾਸਤੇ ਕੀ ਹੈ ਸਜ਼ਾ ਕੱਟਿਆ ਆ, ਮੁੜ ਕੇ ਸੁਪਰੀਮ ਕੋਰਟ ਕਹਿੰਦੀ ਆ ਜਾ ਮੈਂ ਵੀ ਹਜੇ ਪਈ ਆ ਤੇਰੇ ਉੱਤੇ, ਮੈਂ ਵੀ 20 ਸਾਲ ਦੀ ਸੁਣਾਉਂਗੀ। ਐਂ ਤਾਂ ਨਹੀਂ ਹੁੰਦਾ। ਹਾਂ ਇਹ ਲੈਣ ਨੂੰ ਆਪਾਂ ਕਹਿਣੇ ਕੀ ਹੈ, ਵੈਸੇ ਇਹ ਲੈਣ ਨੂੰ ਆਪਾਂ ਕੀ ਕਹਿੰਦੇ ਆ, ਜਮਾ ਸਹੀ ਹੈ ਬੱਚੋ, ਇਹਨੂੰ ਆਪਾਂ ਕਹਿੰਦੇ ਆ ਨੋ ਡਬਲ ਜਿਓਪਾਰਡੀ। ਇਹ ਬਿਲਕੁਲ ਸਹੀ ਹੈ। ਜਿੰਨਾ ਬੱਚਿਆਂ ਨੇ ਆਰਟੀਕਲ ਨੰਬਰ 20 ਪ੍ਰੋਪਰ ਤਰੀਕੇ ਨਾਲ ਡਿਟੇਲ ਚ ਪੜ੍ਹਿਆ ਹੈ, ਆਪਾਂ 20 ਦੇ ਵਿੱਚ 3 ਚੀਜ਼ਾਂ ਪੜ੍ਹਦੇ ਹੁੰਦੇ ਆ। ਉਹ ਪਹਿਲੀ ਚੀਜ਼ ਹੀ ਆਹੀ ਹੈ, ਨੋ ਡਬਲ ਜਿਓਪਾਰਡੀ। ਫਿਰ ਕਹਿੰਦੇ ਆਪਾਂ ਨੋ ਲਾਅ ਸ਼ੈਲ ਡਿਕਲੇਅਰ ਐਨੀ ਐਕਸ਼ਨ ਐਜ਼ ਇਲੀਗਲ ਫਰੋਮ ਦੀ ਬੈਕ ਡੇਟ। ਵੈਰੀ ਗੁੱਡ ਪੁਆਇੰਟ ਓਏ। ਇਹਨੂੰ ਆਪਾਂ ਕੀ ਕਹਿੰਦੇ ਆ, ਨੋ ਐਕਸ ਪੋਸਟ ਫੈਕਟੋ ਲਾਅ। ਇਹਦਾ ਬੱਚਾ ਮਤਲਬ ਕੀ ਹੋ ਗਿਆ, ਵੀ ਆਪਾਂ ਕਿਸੇ ਬੰਦੇ ਨੂੰ ਚਾਲੂ ਲਾਅ ਤਹਿਤ ਹੀ ਸਜ਼ਾ ਦੇ ਸਕਦੇ ਹਾਂ। ਐ ਨਹੀਂ ਵੀ ਕਿਸੇ ਦੇ ਕਹਿਣ ਤੇ ਵੀ ਜਾਂ ਗਲੀ ਮੁਹੱਲਿਆਂ 'ਚ ਆਪਾਂ ਕਹਿ ਦਿੰਦੇ ਆ ਵੀ ਇਹਨੇ ਤਾਂ ਮੁੰਡੇ ਨੇ ਬੜਾ ਹੀ ਮਾੜਾ ਕੀਤਾ, ਬਈ ਐਂ ਨਹੀਂ ਕਰਨਾ ਚਾਹੀਦਾ। ਜੇ ਮੁੰਡੇ ਨੇ ਖੜ ਕੇ ਪੁੱਛ ਲਿਆ ਬਾਪੂ ਮੈਂ ਕੀ ਮਾੜਾ ਕਰਤਾ, ਵੀ ਦਿਖਾ ਕਿੱਥੇ ਲਿਖਿਆ, ਇਹਦਾ ਕਾਨੂੰਨ ਤਾਂ ਹੋਵੇ ਕੋਈ, ਵੀ ਐਂ ਤਾਂ ਨਹੀਂ ਵੀ ਕਿਸੇ ਬਜ਼ੁਰਗ ਨੇ ਕਹਿਤਾ ਵੀ ਇਹਨੇ ਮਾੜਾ ਕੀਤਾ ਉਹਨੂੰ ਸਜ਼ਾ ਸੁਣਾਓ। ਉਹ ਸਜ਼ਾ ਸੁਣਾਉਣ ਵਾਸਤੇ ਕੋਈ ਚਾਲੂ ਲਾ ਤਾਂ ਹੋਣਾ ਚਾਹੀਦਾ ਹੈ। ਸਮਝ ਗਏ ਮੇਰੀ ਗੱਲ? ਇਹ ਦੇਸੀ ਤਰੀਕੇ ਨਾਲ ਸਮਝ ਰਹੇ ਆਪਾਂ, ਨੋ ਐਕਸ ਪੋਸਟ ਫੈਕਟੋ ਲਾ, ਵੀ ਕੋਈ ਲਾ ਹੋਵੇ ਉਹਦੇ ਤਹਿਤ ਹੀ ਆਪਾਂ ਕਹਾਂਗੇ ਭਾਈ ਵੀ ਇਸ ਬੰਦੇ ਨੇ ਇਸ ਚੀਜ਼ ਦੀ ਉਲੰਘਣਾ ਕਰਤੀ, ਇਹਨੂੰ ਸਜ਼ਾ ਸੁਣਾਈ ਜਾਵੇ। ਬੜੀ ਸਿੰਪਲ ਜੀ ਗੱਲ ਹੈ। ਫਿਰ ਆਪਣਾ ਆ ਗਿਆ, ਕਹਿੰਦੇ ਆਪਾਂ ਨੋ ਪਰਸਨ ਸ਼ੈਲ ਬੀ ਆਸਕਡ ਟੂ ਗਿਵ ਐਵੀਡੈਂਸ ਅਗੇਂਸਟ ਹਿਮ ਫॉर ਹਰਸੈਲਫ। ਕੀ ਬਾਤ ਹੈ। ਕਹਿੰਦੇ ਪੁਲਿਸ ਕਸਟਡੀ ਦੇ ਵਿੱਚ ਦਿੱਤਾ ਹੋਇਆ ਬਿਆਨ ਪੁਲਿਸ ਐਜ਼ ਅ ਐਵੀਡੈਂਸ ਯੂਜ਼ ਨਹੀਂ ਕਰ ਸਕਦੀ, ਵੀ ਤੁਸੀਂ ਆਪਦੀ ਗਵਾਹੀ ਜਿਹੜੀ ਆਪ ਹੀ ਦੇ ਲਓਗੇ ਆਪਦੇ ਵਿਰੁੱਧ, ਮਰਜ਼ੀ ਹੈ ਮੇਰੀ। ਇਹਦਾ ਮਤਲਬ ਕੀ ਹੁੰਦਾ ਹੈ, ਨੋ ਸੈਲਫ ਇਨਕ੍ਰੀਮੀਨੇਸ਼ਨ। ਇਹ ਤਿੰਨੇ ਟਰਮਾਂ ਕਮਾਲ ਤਾਂ ਇਹ ਹੋ ਗਈ ਬੱਚੋ। ਇਹਦੇ ਨਾਲ ਆਪਣਾ ਆਰਟੀਕਲ ਨੰਬਰ 20 ਸਾਰੇ ਰਿਵਾਈਜ਼ ਹੋ ਗਿਆ। ਨੋ ਡਬਲ ਜਿਓਪਾਰਡੀ, ਨੋ ਐਕਸ ਪੋਸਟ ਫੈਕਟੋ ਲਾਅ ਤੇ ਨੋ ਸੈਲਫ ਇਨਕ੍ਰੀਮੀਨੇਸ਼ਨ। ਇਹ ਤਿੰਨ ਚੀਜ਼ਾਂ ਕਾਹਦੇ ਚ ਹੈ, ਆਪਾਂ ਟਿਕ ਲਾਵਾਂਗੇ ਆਰਟੀਕਲ ਨੰਬਰ 20 ਦੇ ਵਿੱਚ ਹੈ। ਤਾਂ ਜਮਾ ਸਹੀ ਹੈ, ਆਨਸਰ ਆ ਗਿਆ ਏਕਾ ਦੂਕਾ ਤੇ ਤੀਕਾ। ਤੇ ਰਹੀ ਗੱਲ ਆਪਣੇ 22 ਦੀ, 22 ਚ ਕੀ ਸੀਗਾ ਯਾਦ ਕਰੋ ਕਿ ਮੈਂ ਹੀ ਕਰਾਵਾਂ, ਪ੍ਰੋਟੈਕਸ਼ਨ ਅਗੇਂਸਟ ਅਰੈਸਟ ਐਂਡ ਡਿਟੈਂਸ਼ਨ ਇਨ ਸਰਟਨ ਕੇਸਿਸ। ਵੀ ਪੁਲਿਸ ਮਤਲਬ ਕਿਸੇ ਬੰਦੇ ਨੂੰ ਚੱਕ ਕੇ ਲਿਆ ਕੇ ਥਾਣੇ 24 ਘੰਟਿਆਂ ਤੋਂ ਵੱਧ ਰੱਖ ਨਹੀਂ ਸਕਦੀ। ਉਹ ਡਿਟੇਨਡ ਕੀਤਾ ਹੋਇਆ ਬੰਦਾ 24 ਘੰਟੇ ਅੰਦਰ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰਨਾ ਹੈ। ਆਪਾਂ ਦੋ ਤਰ੍ਹਾਂ ਦੀ ਡਿਟੈਂਸ਼ਨ ਪੜ੍ਹਦੇ ਹੁੰਦੇ ਹਾਂ, ਇੱਕ ਹੁੰਦੀ ਹੈ ਪਿਊਨਿਟਿਵ ਡਿਟੈਂਸ਼ਨ, ਇੱਕ ਹੁੰਦੀ ਹੈ ਪ੍ਰੀਵੈਂਟਿਵ ਡਿਟੈਂਸ਼ਨ। ਪ੍ਰੀਵੈਂਟਿਵ ਉਹ ਉਦੋਂ ਵੀ ਖਤਰਨਾਕ ਹੈ ਵੀ ਹਜੇ ਬੰਦੇ ਨੇ ਅਪਰਾਧ ਨਾ ਕੀਤਾ ਹੋਵੇ, ਪੁਲਿਸ ਫਿਰ ਵੀ ਚੱਕ ਕੇ ਲੈ ਜਾਂਦੀ ਹੈ। ਇਹ ਸਾਰੇ ਸਰਕਮਸਟਾਂਸ ਹੁੰਦੇ ਆ ਬੱਚੋ, ਇਹ ਆਪਾਂ ਪੜ੍ਹਦੇ ਹੁੰਦੇ ਆ ਫੰਡਾਮੈਂਟਲ ਰਾਈਟ ਪਾਰਟ ਨੰਬਰ 3 ਦੇ ਵਿੱਚ, ਠੀਕ ਹੈ ਨਾ। ਸੋ ਗੁੱਡ ਕੁਐਸਚਨ ਹੈ, ਬਹੁਤ ਜ਼ਿਆਦੇ। ਮੈਂ ਤੁਹਾਨੂੰ ਦੱਸੀ ਜਾਂਦਾ ਸਾਰੇ ਸਵਾਲ ਸਿਰੇ ਦੇ ਹੋਣਗੇ। ਆ ਅੱਜ ਦੀ ਕਲਾਸ ਦਾ ਸਭ ਤੋਂ ਸਿੰਪਲ ਜਿਹਾ ਸਵਾਲ ਆ ਯਾਰ, ਐਵੇਂ ਬੜਾ ਔਖੇ ਹੁੰਦੇ ਰਹਿ ਜਗੇ ਤੇ ਪੇਪਰ ਵਾਲਾ ਜਮੀ ਝੇੜ ਕਰ ਜੇ। ਇਹ ਉਹ ਗੱਲ ਹੈ, ਕਹਿੰਦੇ ਕਿਹੜਾ ਇਹਦੇ ਵਿੱਚੋਂ ਆਪਣੇ ਦੇਸ਼ ਨੂੰ ਵੈਲਫੇਅਰ ਸਟੇਟ ਬਣਾਉਣਾ ਚਾਹੁੰਦਾ। ਬਹੁਤ ਵਾਰ ਤੁਹਾਨੂੰ ਬੱਚੋ ਮੈਂ ਡਿਸਕ੍ਰਾਈਬ ਕੀਤਾ ਹੋਇਆ ਵੀ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ, ਜਿਹਨੂੰ ਆਪਾਂ ਸ਼ਾਰਟ ਦੇ ਵਿੱਚ DPSPs ਕਹਿੰਦੇ ਆ, ਜਿਹਨੂੰ ਆਪਣੇ BR ਅੰਬੇਦਕਰ ਸਾਹਿਬ ਜੀ ਨੇ ਕੀ ਕਿਹਾ ਸੀਗਾ। ਇਹ ਤੁਹਾਨੂੰ 4 ਆਪਸ਼ਨ ਦੇ ਕੇ ਸਿੱਧਾ ਹੀ ਪੁੱਛ ਸਕਦੇ ਆ। BR ਅੰਬੇਦਕਰ ਨੇ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਨੂੰ ਕੀ ਕਿਹਾ ਸੀ, ਤਾਂ ਆਪਾਂ ਟਿਕ ਲਾਵਾਂਗੇ ਨੋਬਲ ਪ੍ਰਿੰਸੀਪਲਸ। ਹੁਣ ਸਾਰੀ ਉਮਰ ਉਹੀ ਤਾਂ ਨਹੀਂ ਪੜ੍ਹੀ ਜਾਓਗੇ, ਹਾਰਟ ਐਂਡ ਸੋਲ, ਹਾਰਟ ਐਂਡ ਸੋਲ। ਕਿਹੜਾ ਆਰਟੀਕਲ ਹੈ 32। ਪਰ BR ਅੰਬੇਦਕਰ ਨੇ DPSPs ਨੂੰ ਕੀ ਕਿਹਾ ਹੈ, ਨੋਬਲ ਪ੍ਰਿੰਸੀਪਲਸ। ਕਹਿੰਦਾ ਤਾਂ ਬਾਹਲੇ ਭਲੇ ਹੈ, ਆਪਣੇ ਮੁਲਕ ਨੂੰ ਕੀ ਬਣਾਉਣ ਵਾਸਤੇ, ਕਲਿਆਣ ਕਰਨਗੇ ਆਪਣੇ ਦੇਸ਼ 'ਚ। ਆਪਣੇ ਦੇਸ਼ 'ਚ DPSPs ਦਾ ਮੇਨ ਆਬਜੈਕਟਿਵ ਕੀ ਹੈ, ਤਾਂ ਆਪਾਂ ਟਿਕ ਤਾਂ ਇਹੀ ਤਾਂ ਲਾਵਾਂਗੇ, ਇਕਨੋਮਿਕ ਐਂਡ ਸੋਸ਼ਲ ਡੈਮੋਕ੍ਰੇਸੀ ਐਸਟੈਬਲਿਸ਼ ਕਰਨੀ ਹੈ। ਇਕਨੋਮਿਕ ਐਂਡ ਸੋਸ਼ਲ ਡੈਮੋਕ੍ਰੇਸੀ ਐਸਟੈਬਲਿਸ਼ ਕਰਨੀ ਹੈ ਬੱਚੋ। ਇਹ ਚੀਜ਼ ਆਪਾਂ ਯਾਦ ਰੱਖਣੀ ਹੈ। ਆਰਥਿਕ ਤੇ ਸਮਾਜਿਕ ਲੋਕਤੰਤਰ ਐਸਟੈਬਲਿਸ਼ ਕਰਨਾ ਹੈ। ਇਹ DPSPs ਆਪਾਂ ਲਿਆ ਕਿੱਥੋਂ ਸੀਗਾ, ਆਇਰਲੈਂਡ ਤੋਂ। ਆਇਰਲੈਂਡ ਨੇ ਕਹਾ ਕਿੱਥੋਂ ਲਿਆ ਸੀ, ਸਪੇਨ ਤੋਂ। ਬਟ ਸਭ ਤੋਂ ਵੱਡੀ ਗੱਲ ਕੀ ਹੈ, ਆਰਟੀਕਲ ਨੰਬਰ 37 ਲੈ ਮੈਂ ਸ਼ਰਤ ਲੈ ਕੇ ਨਾ, ਇਹ ਲੈਣ ਬੱਚਾ ਜਾਣਦਾ ਜਿਹੜੀ ਮੈਂ ਹੁਣ ਬੋਲਣ ਜਾ ਰਿਹਾ। ਬਟ ਬਸ ਐਂ ਬਹੁਤ ਘੱਟ ਪਤਾ ਹੁੰਦਾ ਵੀ ਇਹ ਕਿਹੜੇ ਆਰਟੀਕਲ ਦੇ ਵਿੱਚ ਲਿਖਿਆ ਹੈ। ਆਰਟੀਕਲ ਨੰਬਰ 37 ਚ ਕੀ ਲਿਖਿਆ ਹੈ ਵੀ DPSPs ਨੂੰ ਲੈ ਕੇ ਸਰਕਾਰ ਦੀ ਮਰਜ਼ੀ ਹੈ, ਸਰਕਾਰ ਕਰੇ ਜਾਂ ਨਾ ਕਰੇ, ਆਪਾਂ ਉਹਨਾਂ ਖਿਲਾਫ ਕਿਤੇ ਵੀ ਨਹੀਂ ਜਾ ਸਕਦੇ।
ये सब तो सिरे का पॉइंट याद रखना है। ये किहड़े च लिखिया है? आर्टिकल नंबर 37 दे विच प्रीअम्बल राइट ड्यूटियां बहुत ढेरां ढेर पढ़े हुए आपां बेचंत हो जो। अगे मैं सोच रहा भी एक वड्डा सैशन रख के सारी पॉलिटिक्स मैं एक जी रिवाइज करवा दूंगा, सारी PDF आप इकट्ठी ओपन कर लांगे सारे। जे फॉर एग्जाम्पल अपनियां पॉलिटिक्स दी क्लासां लगियां सारियां 39 40 के आस-पास लगी हैं, उसमें मैं एक बड़ा सैशन रख के सारे प्रॉपर तरीके नाल रिवाइज भी करवा दूंगा, बेफिक्र हो जाओ, ठीक है। मैनूं पता तुहाडे अद्धियां दे दिमाग 'च यही लैन चली जाती है, सब पता मैनूं घरे बैठे नूं तुसीं चाहुंदे की हो तुसीं। कहते कंसीडर द फॉलोइंग हल फंडामेंटल ड्यूटी का सवाल आई गया। कहते फंडामेंटल ड्यूटी दे रिगार्डिंग यार अज थोड़ा जिहा ओहो आ होया पिया हुण सही चलूगा, क्लास अद्धी टप गई। फंडामेंटल ड्यूटियां कहते बच्चों आप कदों ऐड कीतियां सी? इंटरनल एमरजेंसी के राज दौरान। इंटरनल एमरजेंसी कदों लगी है? 1975 दे विच इंदिरा भैन ने लाई सी, बिल्कुल सही है। उदों ही तो अपने देश च हालात पैदा होए सी ना, जदों अपने मुल्क दे विच लोग शरेआम देश नूं गालां कड्ढण लग गए, शरेआम अपने मुल्क दे वासी तिरंगा साड़न लग गए। उदों सुप्रीम कोर्ट ही बड़ा रोई यार, कमाल हो गया। वो कहंदे यार भी तुसीं तिरंगा साड़न दा की आइडिया, देश ने की माड़ा करता? बई माड़ा कीता जिहड़े अपने ते राज करदे है। साड़ना पंजा साड़ो, तकड़ी साड़ो, झाड़ू साड़ो, भी साड़न वास्ते आपां बनाए है, पंजा अपना तिरंगा साड़ी जांदी है। सो उदों लग्या भी देश प्रति अपनी कोई जिम्मेवारी होनी चाहिए है। फिर अपनी एक कमेटी बनी बच्चों, सरदार सवर्ण सिंह कमेटी। ਉਹਦੇ ਕਹਿਣ ਤੇ ਫਿਰ ਤੁਹਾਨੂੰ ਪਤਾ ਹੀ ਹੈ 42ਵੀਂ ਅਮੈਂਡਮੈਂਟ 1976 ਦੇ ਵਿੱਚ ਫੰਡਾਮੈਂਟਲ ਡਿਊਟੀ ਨਾਮ ਦਾ ਪਾਰਟ ਐਡ ਕਰ ਦਿੱਤਾ ਗਿਆ। ਕਿੰਨੀਆਂ ਫੰਡਾਮੈਂਟਲ ਡਿਊਟੀਆਂ ਐਡ ਕੀਤੀਆਂ ਬੱਚੋ? 10 ਫੰਡਾਮੈਂਟਲ ਡਿਊਟੀਆਂ। ਤੇ ਕਮਾਲ ਕੀ ਹੈ, ਸਭ ਤੋਂ ਪਹਿਲੀ ਫੰਡਾਮੈਂਟਲ ਡਿਊਟੀ ਉਹੀ ਹੈ ਵੀ ਸਤਿਕਾਰ ਕਰੋ, ਸੰਵਿਧਾਨ ਦਾ ਪਾਲਣਾ ਕਰੋ, ਸੰਵਿਧਾਨ ਦੀ ਨੈਸ਼ਨਲ ਫਲੈਗ ਨੈਸ਼ਨਲ ਐਂਥਮ ਦੀ ਇੱਜ਼ਤ ਕਰੋ। ਉਹ ਆਪਣੀ ਪਹਿਲੀ ਫੰਡਾਮੈਂਟਲ ਡਿਊਟੀ ਹੋਈ ਹੈ। ਤੇ ਅੱਜ ਕਿੰਨੀਆਂ ਫੰਡਾਮੈਂਟਲ ਡਿਊਟੀਆਂ ਬੱਚੋ? 11। ਕਿਉਂ ਜਿਹੜੀ 11ਵੀਂ ਫੰਡਾਮੈਂਟਲ ਡਿਊਟੀ ਹੈ ਇਹ ਆਪਾਂ ਕਦੋਂ ਐਡ ਕੀਤੀ ਹੈ? 86ਵੀਂ ਅਮੈਂਡਮੈਂਟ 2002 ਦੇ ਵਿੱਚ। ਜਾਂ ਪੜ੍ਹ ਲਓ ਸਵਾਲ, ਕਹਿੰਦੇ ਇਹ ਰਿਕਮੈਂਡ ਕੀਤੀ ਸਰਦਾਰ ਸਵਰਨ ਸਿੰਘ ਨੇ। ਇਹ ਕਮੇਟੀ ਦਾ ਮੈਨੂੰ ਪਤਾ ਬੱਚਾ ਬੱਚਾ ਜਾਣਦਾ ਹੈ। ਫੰਡਾਮੈਂਟਲ ਡਿਊਟੀਜ਼ ਨੂੰ ਲੈ ਕੇ ਇੱਕ ਕਮੇਟੀ ਬੱਚੋ ਹੋਰ ਵੀ ਬਣੀ ਸੀ, ਉਹ ਆਪਣੀ ਕਿਹੜੀ ਹੈ? ਵਰਮਾ ਕਮੇਟੀ। ਉਹ ਆਪਣੀ ਕਿਹੜੀ ਹੈ? ਵਰਮਾ ਕਮੇਟੀ 1999। ਆਪੇ ਦੱਸੋਗੇ ਮੈਨੂੰ ਵੀ ਵਰਮਾ ਕਮੇਟੀ ਨੇ ਇਹੋ ਜਿਹਾ ਕੀ ਕੀਤਾ ਸੀ 1999 ਵਾਲੀ ਨੇ? ਇਹ ਬੱਚੇ ਨੂੰ ਪਤਾ ਹੀ ਨਹੀਂ, ਬਸ ਤੁਹਾਨੂੰ ਪਤਾ ਹੈ। ਇਹ ਖਾਸ ਗੱਲ ਆਪਣੇ ਬੈਚ ਦੀ। ਕਹਿੰਦੇ ਫਿਰ 44ਵੀਂ ਅਮੈਂਡਮੈਂਟ ਹੈ ਜਿਹਨੇ ਕਹਿੰਦੇ ਐਡ ਕੀਤੀ ਇੱਕ ਹੋਰ ਫੰਡਾਮੈਂਟਲ ਡਿਊਟੀ। ਆ ਤਾਂ ਨਜਾਇਜ਼ ਕੰਮ ਖਰਾਬ ਕਰ ਗਏ, ਕਿਉਂਕਿ 42ਵੀਂ ਨੇ 10 ਐਡ ਕੀਤੀਆਂ ਸੀ, ਜਿਹੜੀ 11ਵੀਂ ਹੈ ਉਹਨੇ 86ਵੀਂ 86ਵੀਂ ਅਮੈਂਡਮੈਂਟ ਨਾਲ ਆਈ ਹੈ। ਸੋ ਆਪਾਂ ਨੂੰ ਹੋਰ ਦੇਖੋ ਐਂ पेपर वाला कई बार ना मूँह च पानी लिया के बड़ा पैड़ा गुमराह करता है, पूरा मगर ला लेंदा चार्ट ते सवाल वधिया सॉल्व कर लिया, बट उन्हें पुछ की लिया? इनकरैक्ट पूछा सी, इनकरैक्ट भी गलत दसो भाई साहब। ते गलत किहड़ी है? तीजी। ते आंसर की आ गया सी। हुण बंदा कॉलेज की भड़का दूगा? वैसे ऊँ बच्चा तां इन्होंने ऑप्शन देने नहीं आए। जे इत्थे ऑप्शन हुंदा ए का एंड दू का फिर तो मैं कहना मिनटो मिनटी भड़का आते, मिनटो मिनटी। बस फिर ही बच गए आप, कोई चक्कर वाली गल नहीं, ठीक है ना। चलो भी कहते भी प्रीअम्बल के रिगार्डिंग सही स्टेटमेंट दसो किहड़ी है? प्रीअम्बल जानते हो ना, प्रस्तावना। जो भी थोड़े दिमाग च प्रीअम्बल आता है तो मेरी वो गल दिमाग च लिया करो विचोले वाली, भी विचोला जिवें कुड़ी वालियां दे घरे जाके दसदा हुंदा मुंडा बाहला साऊ है, घरों बाहर नहीं निकलदा, खांदा नहीं पींदा नहीं। ये मुंडे दा की है? प्रीअम्बल है। ज़्यादा ना आई फिर मुंडे वालों के घरे जाके कहना हुंदा कुड़ी बहुत सुंदर सुशील पढ़ी लिखी है। ये दोनों तरह का की हो गया? प्रीअम्बल हो गया। उमें संविधान का ये प्रीअम्बल है, एक क्रक्स है, क्रक्स जिवें विचोला क्रक्स दस दिंदा हुंदा है, बट असली तो फिर जो गाहां रजिस्टर खोलते आप संविधान उदों फिर टैंपू टेढ़ा हुंदा है। उमें फिर मुंडे कुड़ी का बाद च हुंदा है, बस वो चीज़ है प्रीअम्बल। कहते अपना जो ब्रिटिश कॉन्स्टिट्यूशन है बच्चों, कहते ये पहला संविधान है जो प्रीअम्बल नाल चलिया। उन्होंने संविधान लिखे ही नहीं, डर्टी फैलोज। उनका अनरिटन कॉन्स्टिट्यूशन है, वो समय समय तो इवॉल्व करते हैं, पार्लीमेंट लॉ पास करती है, बस उन्हें जोड़ते जाते हैं, उन्होंने की है कॉन्स्टिट्यूशन बनता जाता है। उन्होंने एक अपने को डॉक्यूमेंट लिख के नहीं कोई रखा, वो समय समय तो की अपडेट करते जाते हैं। तो कुल मिला के ये अपना अमेरिका होगा बच्चों, बिकॉज अमेरिका पहला मुल्क है जिन्हें संविधान लिखा सी। यह हो गया गलत।
फिर कहते प्रियंबल की अमेंडमेंट हुई है आ 42वीं 44वीं के चक्कर च कुंडा ना करा लियो इत्थे 42वीं फेर आना बच्चों जो 3 वर्ड आप ऐड किए सीगे सोशलिस्ट है सैक्यूलर है ते इंटीग्रिटी है इत्थे 3 होगा 3 3 वर्ड आप ऐड किए सीगे हाँ ये वैसे आ भी हुण मूँह च पानी लियाउण वाला बंदा उत्ते पेपर च बैठा काली करूगा भी अखर ताड़ी सही आवे बट आ भी देखना भी 44वीं आके 42वीं है फिर कहना प्रियंबल सी ये कहते बेस्ड ऑन ऑब्जेक्टिव रेजोल्यूशन ਅੱਜ ही आप स्टार्टिंग देख के आए हैं भी जवाहर लाल नेहरू की लेके आया सी 13 ਦਸੰਬਰ 1946 ਨੂੰ ऑब्जेक्टिव रेजोल्यूशन ਉਹੀ ਤਾਂ ਹੈਗਾ ਪ੍ਰੀਅੰਬਲ ਜਮਾ ਸਹੀ ਹੈ ਤੇ ਸਹੀ ਆਪਾਂ ਨੂੰ ਪੁੱਛਿਆ ਤੇ ਬੀ ਆਰ ਅੰਬੇਦਕਰ ਨੇ ਕਹਿੰਦੇ ਪ੍ਰੀਅੰਬਲ ਨੂੰ ਆਇਡੈਂਟੀਟੀ ਕਾਰਡ ਕਿਹਾ ਤਾਂ ਹੁਣ ਸਾਰਾ ਕੁਝ ਬੀ ਆਰ ਅੰਬੇਦਕਰ ਕਹੀ ਚੱਲੂਗਾ ਬਾਕੀ ਗਲਤ ਹੈ ਇਹ ਆਇਡੈਂਟੀਟੀ ਕਾਰਡ ਆਫ ਕਨਸਟੀਟਿਊਸ਼ਨ ਪ੍ਰੀਅੰਬਲ ਨੂੰ ਬੱਚੋ ਐਨ ਏ ਪਲਕੀਵਾਲਾ ਸਾਹਿਬ ਨੇ ਕਿਹਾ ਸੀ ਤੇ ਸਭ ਤੋਂ ਵੱਡੀ ਗੱਲ ਕੀ ਹੈ ਐਨ ਏ ਪਲਕੀਵਾਲਾ ਜੀ ਦੀ ਇੱਕ ਬੁੱਕ ਵੀ ਆਈ ਸੀ ਉਸ ਬੁੱਕ ਦਾ ਨਾਮ ਕੀ ਹੈ ਜਿਹੜੇ ਆਪਣੇ ਪ੍ਰੀਅੰਬਲ ਦੇ ਸਟਾਰਟਿੰਗ ਦੇ 3 ਅੱਖਰ ਹੈ We the people क्या बात है वे We the people की किताब है एन ए पलखीवाल जी ने की क्या है आइडेंटिटी कार्ड ऑफ कॉन्स्टिट्यूशन के एम मुंशी ने की क्या है पॉलिटिकल हॉरोस्कोप ऑफ कॉन्स्टिट्यूशन ये सारे कीमती पॉइंट आप याद रखने हैं बहुत ही गुड पॉइंट है अपन पूछा करेक्ट दे आंसर आ गया सी चलो आ गया पॉइंट ये बस मेरा फेवरेट ला लो ते एग्जामिनर दा भी फेवरेट ला लो पर आपां कोर्स पूरा धमाकेदार तरीके नाल चार्ट बनाया हुआ है तुहानूं बहुत थावां ते लिखाया मैं भी 18वीं स्टेट याद कर लो ये हिमाचल है 22वीं याद कर लो ये सिक्किम है 25वीं याद कर लो बाई जी गोवा किहड़ी कदों बनी है 2000 च किहड़ियां बणियां 87 च किहड़ियां बणियां बाकी हुण तां नाले आपां इंपॉर्टेंट डेज दे विच सारे दिवस भी देख ले जिवें 21 जनवरी याद है मणिपुर त्रिपुरा ते मेघालय डे 20 फरवरी अरुणाचल प्रदेश ते मिजोरम डे ये याद करने पैणगे ते हो भी जाणगे कोशिश करनी पैनी है क्योंकि एक सवाल बट ते है फिर आपां 30 मार्च आपां देखिया राजस्थान दिवस वाला 1 अप्रैल आपां देखिया उड़ीसा डे फिर आपां 15 अप्रैल आपां देखिया हिमाचल ये सारे आपां डेयां दे विच भी देख के हटे हैं डेज दे विच भी देख के हटे हैं बट किन्ना कुछ तुसीं चार्ट याद किया है इस सवाल ना फिर रिवाइज कर लो देखो तेलंगाना सब तो बाद बनया इन्ना तो पता लग ही गया 2014 फिर चौथा एंड ते आऊगा बट गल जी स्वाद वाली नहीं सारियां च चौथा एंड ते है ये तो गल बाहर ही होगी नागालैंड तुहानूं पता ही है स्टार्टिंग च बन गया सी 63 दे विच तो पहला आऊगा मतलब आ तो हो ही नहीं सकता हुण इहदा काम निबड़ गया पहला आऊगा हरियाणा तुहानूं पता ही है बच्चों फिर 66 च बनिया सो 1-3-2-4 छत्तीसगढ़ बच्चों अपना 2000 च है छत्तीसगढ़ उत्तराखंड झारखंड मिजोरम अरुणाचल प्रदेश ते गोवा इस 87 च है मिजो अपना सिक्किम 75 दे विच है मणिपुर त्रिपुरा मेघालय 72 च है अज अपनी 28 स्टेटां ते 8 यूटियां ने ये प्रॉपर जानकारी करनी पैनी है क्योंकि पेपर वाले ने एक सवाल पूछना ही पूछना है जमी डैम श्योर है ये बस जस्ट एक रिवीजन परपज के लिए आप सवाल फ्रेम किया है ਵਧੀਆ ਤਰੀਕੇ ਨਾਲ ਸੋਲਵ ਕਰ ਲਓ ਜੇ ਤਿਆਰੀ ਤੁਹਾਡੀ ਵਾਕਈ ਵਧੀਆ ਚੱਲ ਰਹੀ ਹੈ ਸੋਲਵ ਤੁਸੀਂ ਕਰ ਵੀ ਲਿਆਓ ਇਹ ਜੀ ਖਾਸ ਗੱਲ ਕੋਈ ਹੈ ਹੀ ਨਹੀਂ ਇਹਦੇ ਵਿੱਚ ਚਲੋ ਫਿਰ ਆਰਟੀਕਲ ਨੰਬਰ 2 ਕੀ ਕਹਿੰਦਾ ਹੈ ਬਾਲੇ ਕਨਫਿਊਜ਼ਿੰਗ ਆਰਟੀਕਲ ਹੈ ਆਰਟੀਕਲ ਨੰਬਰ 1 ਤਾਂ ਪਤਾ ਹੀ ਹੈ ਵੀ ਇੰਡੀਆ ਇਜ਼ ਡਿਸਕ੍ਰਾਈਬਡ ਐਜ਼ ਯੂਨੀਅਨ ਆਫ ਸਟੇਟ ਰੈਦਰ ਦੈਨ ਫੈਡਰੇਸ਼ਨ ਆਫ ਸਟੇਟ ਉਹਦਾ ਸਾਰਾ ਫੰਡਾ ਆਪਾਂ ਪੜ੍ਹੇ ਹੋਏ ਹੈ ਆਰਟੀਕਲ ਨੰਬਰ 2 ਤੇ ਆਰਟੀਕਲ ਨੰਬਰ 3 ਬੜਾ ਕਨਫਿਊਜ਼ ਕਰਦਾ ਹੈ ਇਹ ਵੀ ਵੈਸੇ ਮੈਂ ਤੁਹਾਨੂੰ ਬਾਲੇ ਵਧੀਆ ਐਗਜ਼ਾਮਪਲ ਦੇ ਸਮਝਾਇਆ ਹੋਇਆ ਹੈ ਵੀ ਡਿਫਰੈਂਸ ਕੀ ਹੈ आर्टिकल नंबर 3 ने की कराया अपने देश की पार्लीमेंट नूं बहुत ध्यान नाल सुनना जिन्ना बच्चा ने कितों प्रॉपर तरीके नहीं पढ़िया आर्टिकल नंबर 3 ने अपने मुल्क की देश की पार्लीमेंट नूं सिरे की पावर देती जी सोडी मर्जी है किहड़ी मर्जी स्टेट का एरिया वधाओ किहड़ी मर्जी स्टेट का एरिया घटाओ जिन्हों मर्जी ना कुछ मर्जी करो वधाओ घटाओ कट्टो वड्डो कुछ मर्जी करो ये आर्टिकल नंबर 3 च लिखा हुआ है 2 च की लिखा हुआ है भी पार्लीमेंट को भी अधिकार है कि कल कोई होर टैरेटरी अपने मुल्क दे विच ऐड करनी है जिवें अपना सिक्किम अपनी यूनियन का पार्ट नहीं सी आपां 1975 च ऐड किया जिवें तेलंगाना अपना पार्ट ही सी आपां तेलंगाना आंध्रा प्रदेश के विचों कढिया तां वो पार्ट आर्टिकल नंबर 3 हो गया जिहड़ियां स्टेटां ऑलरेडी है ਉਹਦੇ ਵਿੱਚ ਛੇੜछाड़ करनी वो डील करदा है आर्टिकल नंबर 3 ਦੇ ਨਾਲ बट ਜਿਹੜੀ ਟੈਰੀਟਰੀ ਇੰਡੀਆ ਦਾ ਪਾਰਟ ਨਹੀਂ ਉਹ ਐਡ ਕਰਨੀ ਉਹ ਆਰਟੀਕਲ ਨੰਬਰ 2 ਨਾਲ ਡੀਲ ਕਰਦਾ ਹੈ ਹੁਣ ਤਾਂ ਨਹੀਂ ਉਲਝੇ ਜੇ ਉਲਝ ਗਏ ਤਾਂ ਰਿਵਾਈਜ਼ ਕਰ ਲਓ ਮਾੜਾ ਜਿਹਾ ਵੀਡੀਓ ਪੌਜ਼ ਕਰਕੇ ਰੀਵਾਈਂਡ ਪਿੱਛੇ ਲੈ ਜਾਓ ਆਰਟੀਕਲ ਨੰਬਰ 2 ਕਹਿੰਦਾ
ਵੀ ਕਹਿੰਦਾ ਏਰੀਆ ਘਟਾ ਸਕਦਾ, ਉਸ ਨੂੰ ਦੱਸਿਆ ਮੈਂ ਏਰੀਆ ਵਧਾਉਣਾ ਘਟਾਉਣਾ, ਇਹ ਤੀਜੇ 'ਚ ਲਿਖਿਆ ਡਿਮਿਨਿਸ਼ ਘਟਾਉਣਾ ਵਧਾਉਣਾ। ਐਡਮਿਟ ਇਨਟੂ ਦ ਯੂਨੀਅਨ ਆਫ ਇੰਡੀਆ ਨਿਊ ਸਟੇਟ। ਬੱਚੋ ਆंसर ਆਊਗਾ ਸੀ। ਆंसर ਕੀ ਬਣ ਗਿਆ? ਸੀ ਬਣ ਗਿਆ। ਐਡਮਿਟ ਇਨਟੂ ਦ ਯੂਨੀਅਨ ਆਫ ਇੰਡੀਆ ਨਿਊ ਸਟੇਟ। ਸਮਝ ਗਏ? ਸੋ ਇਸ ਸਿਰੇ ਦਾ ਪੁਆਇੰਟ ਆਪਾਂ ਯਾਦ ਰੱਖਣਾ ਹੈ। ਆ ਦੇਖੋ ਬਾਉਂਡਰੀਆਂ ਕਿੰਨੀਆਂ ਮਰਜ਼ੀ ਬਾਉਂਡਰੀਆਂ ਵਧਾਵੇ ਘਟਾਵੇ ਸਟੇਟਾਂ ਇਸ ਮਾਮਲੇ 'ਚ ਬੱਚੋ ਕੁਛ ਨਹੀਂ ਕਰ ਸਕਦੀਆਂ, ਸੜਕਾਂ ਤੇ ਬਹਿ ਕੇ ਰੌਲਾ ਪਾ ਸਕਦੀਆਂ, ਸੈਂਟਰ ਦੀ ਮਰਜ਼ੀ ਆ ਭਾਈ। ਸੋ ਇਹ ਪਹਿਲਾ ਪਾਰਟ ਹੀ ਆਪਣਾ ਚੱਲੀ ਜਾਂਦਾ, ਬੜਾ ਪਿਆਰਾ ਪਾਰਟ ਸੀ ਸੰਵਿਧਾਨ ਦਾ ਪਹਿਲਾ। ਫਿਰ ਕਹਿੰਦੇ ਕਮਿਊਨਲ ਅਵਾਰਡ, ਇਹ ਵਿੱਚ ਕਿੱਧਰ ਪਾਲਿਆ ਸਵਾਲ ਆਪਾਂ? ਕਮਿਊਨਲ ਅਵਾਰਡ ਵਾਲਾ ਸਵਾਲ ਤਾਂ 10 ਮੈਂ ਜਮਾ ਨਵਾਂ ਫਰੈਸ਼ ਪੀਸ ਆ ਜਮਾ। ਨੌਵਾਂ ਕੀ ਕਹਿੰਦਾ ਹੈ? ਕਹਿੰਦੇ ਕਮਿਊਨਲ ਅਵਾਰਡ ਕਹਿੰਦੇ ਸਕੀਮ ਆਫ ਮਾਈਨੋਰਿਟੀ, ਇਹ ਕਹਿੰਦੇ ਇੰਟਰੋਡਿਊਸ ਕਦੋਂ ਕੀਤੀ ਗਈ ਹੈ? ਮੌਰਲੇ ਮਿੰਟੋ ਤਾਂ 1909 ਵਾਲੇ ਹੈ, ਮੌਂਟੈਗਿਊ ਚੈਲਮਸਫੋਰਡ 1919 ਵਾਲੇ ਹੈ, ਆ 1935 ਵਾਲੇ ਹੈ। ਕੁਛ ਲੱਗਦਾ ਤੁਹਾਨੂੰ ਵੀ ਇਹਦੇ ਨਾਲ ਕੋਈ ਸੰਬੰਧ ਹੈ? ਇਹ ਕਦੋਂ ਆਇਆ ਸੀ ਬਣਾਉਣਾ ਦੱਸੋ? ਯਾਦ ਕਰੋ ਹਿਸਟਰੀ ਵੀ ਪਹਿਲਾਂ ਤਾਂ ਲਾਹੌਰ ਸੈਸ਼ਨ ਹੁੰਦਾ 1929 ਦਾ, ਜਿੱਥੇ ਕਾਂਗਰਸ ਡਿਮਾਂਡ ਰੱਖਦੀ ਆ ਪੂਰਨ ਸਵਰਾਜ ਦੀ। ਫਿਰ ਡਾਂਡੀ ਮਾਰਚ ਚੱਲ ਪਈ, ਫਿਰ ਆਪਣਾ ਫਸਟ ਰਾਊਂਡ ਟੇਬਲ ਕਾਨਫਰੰਸ ਹੋ ਗਿਆ, ਫਿਰ ਗਾਂਧੀ ਇਰਵਿਨ ਪੈਕਟ ਹੋ ਗਿਆ, ਫਿਰ ਸੈਕਿੰਡ ਰਾਊਂਡ ਟੇਬਲ ਕਾਨਫਰੰਸ ਹੋ ਗਿਆ। ਤੇ ਸੈਕਿੰਡ ਰਾਊਂਡ ਟੇਬਲ ਕਾਨਫਰੰਸ ਪਰ ਤੁਹਾਨੂੰ ਪਤਾ ਹੀ ਹੈ ਪੜਾਕਾ ਪਾਤਾ ਆਪਣੇ ਗਾਂਧੀ ਨੇ, ਜਦੋਂ ਗਾਂਧੀ ਆਪਣਾ 7 ਸਤੰਬਰ 1931 ਨੂੰ ਜਿਹੜਾ ਗੋਰਾ ਪਾਰਟੀ ਡਰਾਫਟ ਬਣਾਈ ਬੈਠੀ ਸੀ ਚੱਬ ਗਿਆ, ਮੂੰਹ 'ਚ ਪਾ ਕੇ ਕੱਢਤਾ ਪਚੀਕਰਾ। ਯਾਦ ਆ ਗਿਆ ਸਾਰਾ ਸੀਨ ਦਿਮਾਗ 'ਚ? ਸੀਨ ਲਿਆਓ, ਉਹ ਸੀਨ ਕ੍ਰੀਏਟ ਕਰੋ। ਤੇ ਕੁੱਲ ਮਿਲਾ ਕੇ ਫਿਰ ਇਹ ਆਪਣਾ ਸੈਕਿੰਡ ਆਰਟੀਸੀ ਤੋਂ ਬਾਅਦ ਬਵਾਲ ਖੜਾ ਹੋ ਗਿਆ ਸੀ। ਫਿਰ ਗੋਰਿਆਂ ਦਾ ਪ੍ਰਧਾਨ ਮੰਤਰੀ ਸੀਗਾ ਰਾਮਸੇ ਮੈਕਡੋਨਲਡ। ਇਹ ਤਾਂ ਬੱਚੋ ਰਾਮਸੇ ਮੈਕਡੋਨਲਡ ਨੇ ਅਨਾਉਂਸ ਕੀਤਾ ਸੀ, ਜਿਹੜਾ ਫਿਰ BR ਅੰਬੇਦਕਰ ਨੇ ਰਿਸੀਵ ਕਰ ਲਿਆ ਸੀ। ਯਾਦ ਹੈ? ਫਿਰ BR ਅੰਬੇਦਕਰ ਦੀ ਮੁਲਾਕਾਤ ਕਿਹਦੇ ਨਾਲ ਹੋਣ ਜਾ ਰਹੀ ਹੈ? ਗਾਂਧੀ ਨਾਲ। ਫਿਰ ਬੱਚਾ ਆਪਾਂ ਕੀ ਪੜ੍ਹਦੇ ਹੁੰਦੇ ਆ? ਗਾਂਧੀ ਅੰਬੇਦਕਰ ਪੈਕਟ, ਜਿਹਨੂੰ ਆਪਾਂ ਕੀ ਕਹਿੰਦੇ ਆ? ਪੂਨਾ ਪੈਕਟ 1932 ਦੇ ਵਿੱਚ। ਇਹ ਸਾਰੀ ਹਿਸਟਰੀ ਤਾਂ ਮਾਡਰਨ ਤਾਂ ਬੜੀ ਘੈਂਟ ਤਰੀਕੇ ਨਾਲ ਜਚਾਈ ਪਈ ਹੈ। ਫਿਲਮ ਹੈ ਬਸ, ਜਿਵੇਂ ਆਪਾਂ ਚੰਗੇ ਐਪੀਸੋਡ ਦੇਖਦੇ ਆਂ ਬਸ ਉਸ ਤਰੀਕੇ ਨਾਲ ਆਪਾਂ ਕਲਾਸਾਂ ਲਾਉਣੀਆਂ। ਹੁਣ ਐਪੀਸੋਡ ਦੇਖਣੇ ਆਪਾਂ ਨੂੰ ਕਿੰਨੇ ਪਸੰਦ ਹੈ? ਹੁਣ ਕੋਈ ਵੈਬ ਸੀਰੀਜ਼ ਆ ਜੇ, ਸਮਝ ਲਓ ਮਾਡਰਨ ਹਿਸਟਰੀ ਕੀ ਹੈ? 31 ਕਲਾਸਾਂ ਦੀ ਵੈਬ ਸੀਰੀਜ਼ ਹੈ, ਜਿਹੜੀ ਆਪਾਂ ਸਾਰੀ ਉਮਰ ਨਹੀਂ ਭੁੱਲਦੇ। ਗਾਹਾਂ ਕਿਹਨੂੰ ਮਰਜ਼ੀ ਪੜ੍ਹਾਈ ਚੱਲਿਓ, ਤੁਸੀਂ ਭੁੱਲਣ ਦੀ ਗੱਲ ਕਰਦੇ ਹੋ। ਸੋ ਆਂਸਰ ਬੱਚੋ ਨਨ ਆਫ ਦੀ ਅਬਵ ਆਊਗਾ। ਇਹ ਗਮਰਾਹ ਨਹੀਂ ਹੋਣਾ ਜਾਣ ਕੇ ਆ ਮਿੰਟੋ ਕਿਤੇ ਮਿੰਟੋ ਕਰਦੇ, ਮਿੰਟੋ ਮੌਰਲੇ ਭੜਕਾ ਦੋ, ਇਹ ਲੱਗਦਾ ਮਿੰਟੋ ਆਪਣਾ ਓਏ ਜਾਂ ਮੌਂਟੈਗਿਊ ਚੈਲਮਸ ਆਪਣਾ ਫੋਰਡ ਆ ਗਿਆ, ਓਏ ਫੋਰਡ ਆ ਬਹੁਤ ਭੜਕਾਉਣਗੇ। ਇੰਡੀਆ ਐਕਟ 1935 ਇਹ ਤਾਂ ਉਹ ਐਕਟ ਹੈ ਵੀ ਜਿੱਥੇ ਨਾ ਔੜੇ ਇਹ ਟਿੱਕ ਲਾ ਦੋ, ਇਹ ਜਿਹਾ ਐਕਟ ਹੈ 35 ਵਾਲਾ। ਚਲੋ ਵੀ ਫਿਰ ਤੁਸੀਂ ਸਮਝ ਗਏ ਹੋਵੋਗੇ ਵੀ ਆਹ ਸਵਾਲ ਫਿਰ ਆਪਾਂ ਕਿਉਂ ਬਣਾਇਆ। ਬਿਕੋਜ਼ ਆਪਣੇ ਮੁਲਕ ਦੇ ਵਿੱਚ ਅਟਾਰਨੀ ਜਨਰਲ ਬੱਚੋ ਨਿਊ ਅਪਾਇੰਟ ਹੋ ਚੁੱਕਿਆ ਹੈ। 16ਵਾਂ ਅਟਾਰਨੀ ਜਨਰਲ। ਪਹਿਲਾ ਅਟਾਰਨੀ ਜਨਰਲ ਕੌਣ ਸੀ ਆਪਣਾ? ਦੇਖੋ ਫਸਟ ਕੌਣ ਹੈ? MC ਸੈਟਲਵਾਰਡ। MC ਸੈਟਲਵਾਰਡ। ਤੇ ਕਮਾਲ ਕੀ ਹੈ? ਇਹ ਲੌਂਗੈਸਟ ਸਰਵਿੰਗ ਅਟਾਰਨੀ ਜਨਰਲ ਆਪਣੇ ਮੁਲਕ ਦਾ ਸਭ ਤੋਂ ਵੱਧ ਸਮੇਂ ਵਾਸਤੇ ਵੀ ਰਿਹਾ। ਉਹ ਕਿਆ ਗੁੱਡ ਪੁਆਇੰਟ ਆ, ਉਹ ਨਵਾਂ ਪੁਆਇੰਟ ਹੈ। 1950 ਤੋਂ ਲੈ ਕੇ 1963 ਤੱਕ ਰਿਹਾ ਬੱਚੋ। ਇਹ ਚੀਜ਼ ਆਪਾਂ ਯਾਦ ਕਰਨੀ ਹੈ। ਫਿਰ ਕਹਿੰਦੇ ਆਰਟੀਕਲ ਨੰਬਰ 76, ਇਹ ਜਮਾ ਮੈਂ कहना ਸਾਰੇ ਪੁਆਇੰਟ ਹੀ ਸਹੀ ਹੈ, ਬਟ ਗਰਾਰੀ ਅੜੇਗੀ ਆਪਣੇ ਵੈਂਕਟ ਰਮਣੀ ਤੇ। ਆਪਣੇ ਕਹਿੰਦੇ ਵੈਂਕਟ ਰਮਣੀ, ਪਹਿਲੀ ਗੱਲ ਤਾਂ ਯਾਦ ਕਰ ਲਿਆ ਬੱਚੋ, ਆਪਣੇ ਵੈਂਕਟ ਰਮਣੀ ਜੀ ਕੌਣ ਹੈ? 16th ਅਟਾਰਨੀ ਜਨਰਲ। ਤੇ 15वें कौन सी बच्चों? के वीनू गोपाल। वेरी गुड। ਇਹ ਚੀਜ਼ ਆਪਾਂ ਯਾਦ ਕਰਨੀ ਹੈ। ਬਟ ਇੱਥੇ ਆਪਾਂ ਨੂੰ ਐਗਜ਼ਾਮੀਨਰ ਆਪਣਾ ਫਿਰ ਇਮੋਸ਼ਨਲ ਬਲੈਕਮੇਲ ਕਰ ਰਿਹਾ। ਕਹਿੰਦੇ ਜੀ ਚੀਫ ਜਸਟਿਸ ਰਿਹਾ ਹਾਈ ਕੋਰਟ ਬਿਹਾਰ ਦਾ। ਰੋਂਗ ਸਟੇਟਮੈਂਟ ਆ ਬੱਚੋ, ਕਿਸੇ ਦਾ ਵੀ ਨਹੀਂ ਰਿਹਾ। ਇਹ ਤਾਮਿਲਨਾਡੂ ਦੇ ਬਾਰ ਕਾਉਂਸਲ ਦੇ ਵਿੱਚ ਇਹਨਾਂ ਨੇ ਐਂਟਰੀ ਲਈ ਸੀ 1977 ਦੇ ਵਿੱਚ। ਇਹਨਾਂ ਨੇ ਫਿਰ ਵੈਸੇ ਨਾ ਕਰੀਅਰ 42 ਸਾਲਾਂ ਦਾ ਇਹਨਾਂ ਦਾ ਅਸਟੋਨਿਸ਼ਿੰਗ ਕਰੀਅਰ ਕਹਿੰਦੇ, ਜਿਵੇਂ ਅਖਬਾਰ ਤੇ ਲਿਖਿਆ ਸੀ 42 ਸਾਲਾਂ ਦਾ। ਫਿਰ ਇਹਨਾਂ ਨੇ 1977 ਦੇ ਵਿੱਚ ਸੁਪਰੀਮ ਕੋਰਟ 'ਚ ਇਹਨਾਂ ਨੇ ਫਿਰ ਕਹਿੰਦੇ ਵਕਾਲਤ ਸਟਾਰਟ ਕਰਤੀ ਸੀ। ਫਿਰ ਇਹਨਾਂ ਨੂੰ ਸੀਨੀਅਰ ਐਡਵੋਕੇਟ ਦਾ ਦਰਜਾ ਮਿਲ ਗਿਆ ਸੀ ਸੁਪਰੀਮ ਕੋਰਟ ਦੇ ਵਿੱਚ 1997 ਦੇ ਵਿੱਚ, 1997 ਦੇ ਵਿੱਚ। ਤੇ ਹੁਣ ਇਹਨਾਂ ਨੂੰ ਸਭ ਤੋਂ ਵੱਡੀ ਕਾਮਯਾਬੀ, ਸਭ ਤੋਂ ਵੱਡੀ ਇਹਨਾਂ ਨੇ ਆਪਦੇ ਕਰੀਅਰ 'ਚ ਉਪਲਬਧੀ ਹਾਸਲ ਕੀਤੀ ਹੈ, ਆਪਣੇ ਮੁਲਕ ਦਾ ਅਟਾਰਨੀ ਜਨਰਲ। ਯਾਦ ਹੈ ਜਦੋਂ ਪੜ੍ਹਦੇ ਹੁੰਦੇ ਆਪਾਂ ਕਿੰਨਾ ਸਵਾਦ ਆਉਂਦਾ ਵੀ ਬਾਹਲੀ ਧਮਕ ਪੈਂਦੀ ਹੈ ਬੰਦੇ ਦੀ, ਉਹ ਸਾਰੀ ਧਮਕ ਪੜੀ ਹੋਈ ਹੈ। ਸੋ ਇਸੇ
ਧਮਕ ਵਾਲੇ ਸੈਸ਼ਨ ਬੱਚਿਓ ਹੁਣ ਆਪਣੇ ਚੱਲਦੇ ਰਹਿਣਗੇ। ਤੁਸੀਂ ਐਂ ਕਮਾਲ ਮੰਨੋ ਵੀ ਸੈਸ਼ਨ ਅੱਜ ਬਸ ਮੈਂ ਥੋੜਾ ਜਿਹਾ ਫ੍ਰੀ ਹੋ ਗਿਆ ਸੀ ਬਿਕੋਜ਼ ਸਟੈਟਿਕ ਜੀਕੇ ਦੇ ਵਿੱਚ ਬਸ ਮੈਨੂੰ ਲੱਗਦਾ ਮੈਂ ਕੰਮ ਛੇਤੀ ਫਿਨਿਸ਼ ਕਰ ਦੂੰਗਾ ਬਿਕੋਜ਼ ਸਾਰੇ ਆਪਣੇ ਇੰਪੋਰਟੈਂਟ ਡੇ ਸੀ ਆਪਾਂ ਲਗਭਗ ਫਿਨਿਸ਼ ਕਰ ਰਹੇ ਹਾਂ। ਸਾਰੇ ਡਾਂਸ ਫੈਸਟੀਵਲ ਵਰਲਡ ਹੈਡਕੁਆਟਰ ਸਾਰਾ ਕੁਝ ਨੈਸ਼ਨਲ ਪਾਰਕ ਐਵਰੀਥਿੰਗ ਬੱਚਿਓ ਪੂਰਾ ਟੌਪ ਕਲਾਸ ਤਰੀਕੇ ਨਾਲ ਕਰ ਰਹੇ ਹਾਂ। ਹਾਂ ਜੋ ਵਾਕਈ ਉਹ ਟੌਪ ਕਲਾਸ ਨੂੰ ਲੱਗ ਵੀ ਰਿਹਾ ਨੀਚੇ ਕਮੈਂਟ ਕਰਕੇ ਬੱਚਿਓ ਜ਼ਰੂਰ ਦੱਸਿਆ ਕਰੋ ਤਾਂ ਜੋ ਬੱਚਿਆਂ ਨੂੰ ਫਿਰ ਸਹੀ ਦਿਸ਼ਾ ਮਿਲ ਸਕੇ। ਜੇ ਵਧੀਆ ਲੱਗ ਰਿਹਾ ਕੋਈ ਚੱਕਰ ਵਾਲੀ ਗੱਲ ਨਹੀਂ ਵੀ ਲੱਗ ਰਿਹਾ ਕੋਈ ਵੱਡੀ ਗੱਲ ਨਹੀਂ। ਹੋਰ ਬਹੁਤ ਪਲੇਟਫਾਰਮਸ ਹੈਗੇ ਆ ਕਿਸੇ ਮਰਜ਼ੀ ਪਲੇਟਫਾਰਮ ਨੂੰ ਤੁਸੀਂ ਹੋਰ ਵੀ ਜੁਆਇਨ ਕਰ ਸਕਦੇ ਹੋ। ਬਟ ਮੇਰਾ ਮੇਨ ਮਕਸਦ ਇਹ ਹੁੰਦਾ ਵੀ ਜੇ ਤੁਹਾਨੂੰ ਵਧੀਆ ਲੱਗੇ ਤਾਂ ਜ਼ਰੂਰ ਅੱਗੇ ਬੱਚਿਆਂ ਨੂੰ ਸ਼ੇਅਰ ਕਰਿਆ ਕਰੋ। ਠੀਕ ਹੈ ਨਾ। ਚਲੋ ਠੀਕ ਹੈ ਫਿਰ ਮਿਲਦੇ ਹਾਂ ਬੱਚਾ ਆਪਾਂ ਨੈਕਸਟ ਸੈਸ਼ਨ ਦੇ ਵਿੱਚ। ਇੰਜੋਏ ਕਰੋ ਫਿਰ। ਹੈਪੀ ਸੰਡਾ। ਬਹੁਤ ਬਹੁਤ ਮੁਬਾਰਕਾਂ ਐਤਵਾਰ ਦੀਆਂ। ਸੋ ਇਸੇ ਤਰੀਕੇ ਨਾਲ ਆਪਣੀ ਜ਼ਿੰਦਗੀ 'ਚ ਵਧੀਆ ਵਧੀਆ ਹਫ਼ਤੇ 'ਚ 2-3 ਐਤਵਾਰ ਆਉਂਦੇ ਰਹਿਣ। ਮਿਲਦੇ ਹਾਂ ਬੱਚਾ ਆਪਾਂ। ਗੁੱਡ ਨਾਈਟ, ਸਵੀਟ ਡ੍ਰੀਮਸ, ਟੇਕ ਕੇਅਰ। ਓਕੇ।